हेलो स्टूडेंट्स वेलकम बैक टू माय चैनल एडुनेशन विद ज्योत्सना। ਅੱਜ ਆਪਾਂ 9th क्लास ਦਾ ਸੈਕੰਡ ਚੈਪਟਰ ਦਾ ਲੈਕਚਰ 2 ਕਰਾਂਗੇ। ਇਹਦੇ ਵਿੱਚ ਅਸੀਂ ਅੱਜ ਸੋਲੂਸ਼ਨ ਬਾਰੇ ਪੜਾਂਗੇ, ਘੋਲ ਬਾਰੇ ਪੜਾਂਗੇ। ਉਹਦੀਆਂ ਕੀ ਪ੍ਰੋਪਰਟੀਆਂ ਨੇ, ਕੀ ਉਹਦੇ ਕੰਪੋਨੈਂਟਸ ਨੇ, ਉਹਨੂੰ ਅਸੀਂ ਵੱਖ-ਵੱਖ ਤਰੀਕਿਆਂ ਨਾਲ ਕਿਵੇਂ ਡਿਵਾਈਡ ਕਰ ਸਕਦੇ ਹਾਂ ਤੇ ਕਿਵੇਂ ਅਸੀਂ ਉਹਦੀ ਕਨਸੈਂਟ੍ਰੇਸ਼ਨ ਨੂੰ ਫਾਈਂਡ ਆਊਟ ਕਰ ਸਕਦੇ ਹਾਂ। ਇਸ ਲੈਕਚਰ ਦੇ ਵਿੱਚ ਸੋਲੂਸ਼ਨ ਦੀਆਂ ਇਹ ਸਾਰੀਆਂ ਚੀਜ਼ਾਂ ਨੂੰ ਪੜਨ ਤੋਂ ਪਹਿਲਾਂ ਸਾਨੂੰ ਉਹਦੀ ਡੈਫੀਨੇਸ਼ਨ ਬਾਰੇ ਪਤਾ ਹੋਣਾ ਚਾਹੀਦਾ, ਸਾਨੂੰ ਘੋਲ ਬਾਰੇ ਪਤਾ ਹੋਣਾ ਚਾਹੀਦਾ ਹੈ ਵੀ ਇਹ ਹੁੰਦਾ ਕੀ ਹੈ। ਤਾਂ ਉਹ ਪਤਾ ਕਰਨ ਲਈ ਸਾਨੂੰ ਉਹਦੀ ਡੈਫੀਨੇਸ਼ਨ ਪਤਾ ਹੋਣੀ ਚਾਹੀਦੀ ਹੈ, ਜੋ ਕਿ ਨੈਕਸਟ ਸਲਾਈਡ ਤੇ ਤੁਹਾਨੂੰ ਮੈਂ ਦਿਖਾ ਰਹੀ ਹਾਂ। ਸਭ ਤੋਂ ਪਹਿਲਾਂ ਸੋਲੂਸ਼ਨ ਕੀ ਹੁੰਦਾ, ਘੋਲ ਕੀ ਹੁੰਦਾ, ਇਹ ਅਸੀਂ ਦੇਖਾਂਗੇ। ਸੋਲੂਸ਼ਨ ਇਜ਼ ਡਿਫਾਈਨਡ ਐਜ਼ ਅ ਹੋਮੋਜੀਨੀਅਸ ਮਿਕਸਚਰ। ਇਹ ਕੀ ਹੈ? ਇੱਕ ਸਮਅੰਗੀ ਮਿਸ਼ਰਣ ਹੈ। ਠੀਕ ਹੈ, ਸਮਅੰਗੀ ਮਿਸ਼ਰਣ ਮੀਨਸ ਇਹ ਸਾਡੇ ਕੋਲੇ, ਜਿਵੇਂ ਅਸੀਂ ਪਿਛਲੇ ਲੈਕਚਰ ਦੇ ਵਿੱਚ ਕੀਤਾ ਸੀ, ਸਮਅੰਗੀ ਮਿਸ਼ਰਣ ਕਿਹੜੇ ਹੁੰਦੇ ਨੇ? ਜਿਹੜੇ ਯੂਨੀਫਾਰਮਲੀ ਮਿਕਸ ਹੋ ਜਾਂਦੇ ਨੇ, ਹਨਾ। of two or more chemically non-reacting substances, ਦੋ ਜਾਂ ਦੋ ਤੋਂ ਵੱਧ substances ਦਾ ਇਹ ਕੀ ਹੁੰਦਾ? ਇੱਕ ਮਿਸ਼ਰਣ ਹੁੰਦਾ। ਪਰ ਇਹਦੇ ਵਿੱਚ ਜਿਹੜੇ ਉਹ substances ਨੇ, ਉਹ ਚੀਜ਼ਾਂ ਨੇ, ਉਹ chemically ਇੱਕ ਦੂਜੇ ਨਾਲ react ਨਹੀਂ ਕਰਦੀਆਂ, ਉਹ ਸਿਰਫ physically ਇੱਕ ਦੂਜੇ ਦੇ ਵਿੱਚ mix ਹੁੰਦੀਆਂ ਨੇ। For example ਅਸੀਂ ਕੀ ਲੈ ਸਕਦੇ ਹਾਂ? ਇੱਕ ਲੈਮਨੇਡ ਹੈ ਸਾਡੇ ਕੋਲੇ, ਜਿਵੇਂ ਆਪਾਂ ਘਰਾਂ ਦੇ ਵਿੱਚ ਸਕੰਜਵੀ ਬਣਾਉਣੇ ਜਿਹਨੂੰ ਤੁਸੀਂ ਬੋਲਦੇ ਹੋ, ਉਹ ਕੀ ਹੈ? ਆਪਣੇ ਕੋਲੇ ਇੱਕ ਘੋਲ ਹੈ, ਹਨਾ। ਕਾਹਦਾ ਘੋਲ ਹੈ? ਉਹਦੇ ਵਿੱਚ ਅਸੀਂ ਖੰਡ ਪਾਈ ਹੁੰਦੀ ਹੈ, ਨਮਕ ਪਾਇਆ ਹੁੰਦਾ ਹੈ, ਤੇ ਉਹਦੇ ਵਿੱਚ ਕੀ ਹੁੰਦਾ? ਇੱਕ ਲੈਮਨ ਜੂਸ ਹੁੰਦਾ ਤੇ ਪਾਣੀ ਹੁੰਦਾ। ਇਹ ਚਾਰੇ ਕੰਪੋਨੈਂਟ ਕੀ ਰਲ ਕੇ ਕੀ ਬਣਾਉਂਦੇ ਨੇ? ਇੱਕ ਸੋਲਿਊਸ਼ਨ ਬਣਾਉਂਦੇ ਨੇ, ਤੇ ਇਹ ਇੱਕ ਦੂਜੇ ਨਾਲ ਰਿਐਕਟ ਨਹੀਂ ਕਰਦੇ। ਸਾਰੀਆਂ ਚੀਜ਼ਾਂ ਦਾ ਟੇਸਟ ਆਪਾਂ ਨੂੰ ਵੱਖੋ ਵੱਖਰਾ ਆ ਰਿਹਾ ਹੁੰਦਾ ਗਾ। ਆਪਾਂ ਨਮਕ ਦਾ ਜਦੋਂ ਉਹਨੂੰ ਪੀਂਦੇ ਹਾਂ, ਨਮਕ ਦਾ ਟੇਸਟ ਵੀ ਆਉਂਦਾ ਹੈ, ਚੀਨੀ ਦਾ ਟੇਸਟ ਵੀ ਆਉਂਦਾ ਹੈ, ਠੀਕ ਹੈ, ਆਪਣੇ ਕੋਲੇ ਲੈਮਨ ਦਾ ਟੇਸਟ ਵੀ ਆਉਂਦਾ, ਤੇ ਆਪਣੇ ਕੋਲੇ ਪਾਣੀ ਦਾ ਜਿਹੜਾ ਹੈਗਾ ਉਹ ਤਾਂ ਚੀਜ਼ ਚਲੋ ਉਹਦੇ ਵਿੱਚ ਹੋਣੀ ਹੈ। ਤਾਂ ਇਹਨਾਂ ਚਾਰਾਂ ਚੀਜ਼ਾਂ ਦਾ ਜਿਹੜਾ ਵੱਖੋ ਵੱਖਰਾ ਟੇਸਟ ਆ ਉਹ ਉਵੇਂ ਬਰਕਰਾਰ ਰਹਿੰਦਾ ਵਾ। ਤਾਂ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਇੱਕ ਸੋਲਿਊਸ਼ਨ ਕਹਿ ਦਿੰਦੇ ਹਾਂ, ਇੱਕ ਘੋਲ ਕਹਿ ਦਿੰਦੇ ਹਾਂ। ਹੁਣ ਜਿਹੜਾ ਸੋਲਿਊਸ਼ਨ ਹੈ, ਇਹਦੀਆਂ ਸਾਡੇ ਕੋਲੇ ਪ੍ਰੋਪਰਟੀਜ਼ ਕੀ ਨੇ, ਉਹ ਅਸੀਂ ਨੈਕਸਟ ਸਲਾਈਡ ਤੇ ਦੇਖਾਂਗੇ। ਪ੍ਰੋਪਰਟੀਜ਼ ਆਫ ਸੋਲਿਊਸ਼ਨ, ਇਹ ਸੇਮ ਪ੍ਰੋਪਰਟੀਜ਼ ਮੈਂ ਪੰਜਾਬੀ ਦੇ ਵਿੱਚ ਵੀ ਨੈਕਸਟ ਸਲਾਈਡ ਤੇ ਦਿੱਤੀਆਂ ਹੋਈਆਂ ਨੇ, ਤਾਂ ਉੱਥੋਂ ਪੰਜਾਬੀ ਵਾਲੇ ਸਟੂਡੈਂਟਸ ਵੀ ਲਿਖ ਸਕਦੇ ਨੇ। ਸੋਲਿਊਸ਼ਨ ਕੀ ਹੈ? ਇੱਕ ਹੋਮੋਜੀਨੀਅਸ ਮਿਕਸਚਰ ਹੈ। ਜਿਵੇਂ ਮੈਂ ਤੁਹਾਨੂੰ ਪਹਿਲੀ ਦੱਸਤਾ ਸੀ ਇਹਦੀ ਡੈਫੀਨੇਸ਼ਨ ਦੇ ਵਿੱਚ ਕਿ ਸੋਲਿਊਸ਼ਨ ਕੀ ਹੈ? ਇੱਕ ਸਾਡੇ ਕੋਲੇ ਸਮਅੰਗੀ ਮਿਸ਼ਰਣ ਹੈ। ਇਹਦੇ ਵਿੱਚ ਅਸੀਂ ਇਹਦੇ ਕੰਪੋਨੈਂਟਸ ਨੂੰ ਅਲੱਗ-ਅਲੱਗ ਨਹੀਂ ਦੇਖ ਸਕਦੇ। ਕੰਪੋਨੈਂਟਸ ਆਫ ਸੋਲਿਊਸ਼ਨ ਡੂ ਨਾਟ ਕੈਮੀਕਲੀ ਰਿਐਕਟ ਵਿਦ ਈਚ ਅਦਰ। ਜਿਹੜੇ ਕੰਪੋਨੈਂਟਸ ਨੇ ਸੋਲਿਊਸ਼ਨ ਦੇ, ਉਹ ਇੱਕ ਦੂਜੇ ਨਾਲ ਕੈਮੀਕਲੀ ਰਿਐਕਟ ਨਹੀਂ ਕਰਦੇ, ਉਹ ਸਿਰਫ ਫਿਜ਼ੀਕਲੀ ਮਿਕਸ ਹੁੰਦੇ ਨੇਗੇ। ਠੀਕ ਹੈ, ਜੇ ਉਹ ਕੈਮੀਕਲੀ ਰਿਐਕਟ ਕਰਨਗੇ ਤਾਂ ਓਬਵੀਅਸਲੀ ਉਹ ਕੋਈ ਨਵਾਂ ਪਦਾਰਥ ਬਣਾਉਣਗੇ, ਪਰ ਉਹ ਇੱਕ ਫਿਜ਼ੀਕਲ ਵੇ ਨਾਲ ਰਿਐਕਟ ਕਰਦੇ ਨੇ, ਕੋਈ ਨਵਾਂ ਪਦਾਰਥ ਨਹੀਂ ਬਣਾਉਂਦੇ। ਠੀਕ ਹੈ, ਜਦੋਂ ਕਹਿੰਦੇ ਸੋਲਿਊਸ਼ਨ ਅਲਾਉਡ ਕੀਤਾ ਜਾਂਦਾ ਟੂ ਸਟੈਂਡ ਅਨਡਿਸਟਰਬਡ, ਜਦੋਂ ਅਸੀਂ ਕਿਸੇ ਸੋਲਿਊਸ਼ਨ ਨੂੰ ਅਨਡਿਸਟਰਬਡ ਰੱਖ ਦਿੰਦੇ ਹਾਂ, ਮੀਨਸ ਉਹਨੂੰ ਅਸੀਂ ਹਿਲਾਉਂਦੇ ਚਲਾਉਂਦੇ ਨਹੀਂ ਹੈਗੇ। ਤੁਸੀਂ ਇਹ ਪ੍ਰੋਪਰਟੀਜ਼ ਨੂੰ ਸਮਝਣ ਵਾਸਤੇ ਲੈਮਨੇਡ ਦੀ ਸੋਲਿਊਸ਼ਨ ਆਪਣੇ ਦਿਮਾਗ ਦੇ ਵਿੱਚ ਲੈ ਕੇ ਚੱਲੋ। ਜਦੋਂ ਅਸੀਂ ਲੈਮਨੇਡ ਨੂੰ ਏਦਾਂ ਹੀ ਰੱਖ ਦਿੰਦੇ ਹਾਂ ਕਿਸੇ ਗਲਾਸ ਦੇ ਵਿੱਚ ਪਾ ਕੇ ਜਾਂ ਜੱਗ ਦੇ ਵਿੱਚ ਪਾ ਕੇ, ਤਾਂ ਉਹਦੇ ਜਿਹੜੇ ਪਾਰਟੀਕਲਸ ਨੇਗੇ ਉਹ ਨੀਚੇ ਨਹੀਂ ਬੈਠ ਜਾਂਦੇ, ਉਹ ਉਵੇਂ ਉਹਦੇ ਵਿੱਚ ਘੁਲੇ ਰਹਿੰਦੇ ਨੇ। ਤਾਂ ਇੱਥੋਂ ਸਾਨੂੰ ਕੀ ਪਤਾ ਲੱਗਦਾ ਕਿ ਜਿਹੜੇ ਸੋਲਿਊਸ਼ਨਸ ਨੇ ਉਹ ਕੀ ਹੁੰਦੇ ਨੇ? ਸਟੇਬਲ ਹੁੰਦੇ ਨੇ, ਸਥਿਰ ਹੁੰਦੇ ਨੇ। ਠੀਕ ਹੈ, ਇਹਨਾਂ ਦੇ ਜਿਹੜੇ ਪਾਰਟੀਕਲਸ ਨੇ, ਜਿਹੜੇ ਸੋਲਿਊਟ ਦੇ ਪਾਰਟੀਕਲਸ ਹੁੰਦੇ ਨੇ ਆਪਣੇ ਕੋਲੇ, ਉਹ ਕੀ ਹੁੰਦੇ ਨੇਗੇ? ਮਤਲਬ ਜਿਵੇਂ ਆਪਾਂ ਚੀਨੀ ਘੋਲੀ ਜਾਂ ਆਪਾਂ ਨਮਕ ਘੋਲਿਆ ਜਾਂ ਆਪਾਂ ਲੈਮਨ ਜੂਸ ਪਾਇਆ ਉਹਦੇ ਵਿੱਚ, ਉਹਦੇ ਪਾਰਟੀਕਲਸ ਨੂੰ ਅਸੀਂ ਨਹੀਂ ਦੇਖ ਸਕਦੇ। It cannot be seen by naked eyes or even under a microscope. ਮਾਈਕਰੋਸਕੋਪ ਦੇ ਨੀਚੇ ਵੀ ਨਹੀਂ ਦੇਖ ਸਕਦੇ, ਤਾਂ ਆਪਾਂ ਅੱਖਾਂ ਨਾਲ ਤਾਂ ਕਿਵੇਂ ਦੇਖ ਸਕਦੇ ਹਾਂ? ਠੀਕ ਹੈ, ਹੁਣ ਕਹਿੰਦੇ ਉਹੀ ਚੀਜ਼ ਜਦੋਂ ਇਹਦੇ ਪਾਰਟੀਕਲਸ ਸਮਾਲ ਨੇ ਤਾਂ ਉਹ ਕੋਈ ਵੀ ਲਾਈਟ ਨੂੰ ਸਕੈਟਰ ਨਹੀਂ ਕਰਦੇ, ਮੀਨਸ ਲਾਈਟ ਨੂੰ ਇੱਕ ਦੂਜੇ ਵੱਲ ਨੂੰ ਕੋਲਾਈਡ ਨਹੀਂ ਕਰਦੇ। ਉਹ ਸਕੈਟਰਿੰਗ ਹੈ ਜਿਹੜੀ, ਉਹ ਇੱਥੇ ਕੀ ਹੁੰਦੀ ਹੈ? ਐਬਸੈਂਟ ਹੁੰਦੀ ਹੈ। ਤਾਂ ਇਸ ਕਰਕੇ ਜਦੋਂ ਅਸੀਂ ਉਸ ਸੋਲਿਊਸ਼ਨ ਦੇ ਵਿੱਚੋਂ, ਜਿਵੇਂ ਅਸੀਂ ਕੰਚ ਦੇ ਗਲਾਸ ਦੇ ਵਿੱਚੋਂ ਸੋਲਿਊਸ਼ਨ ਪਾ ਕੇ ਰੱਖਤਾ, ਤੇ ਇੱਕ ਸਾਈਡ ਤੋਂ ਅਸੀਂ ਜਦੋਂ ਉਹਦੇ ਟਾਰਚ ਮਾਰੀ, ਤਾਂ ਜਿਹੜੀ ਆਪਣੇ ਕੋਲੇ ਲਾਈਟ ਹੈ ਉਹ ਸੋਲਿਊਸ਼ਨ ਦੇ ਵਿੱਚ ਸਾਨੂੰ ਨਹੀਂ ਦਿਖੂਗੀ, ਬਾਹਰ ਆਂਦੀ ਦਿਖੂਗੀ, ਪਰ ਜਿਹੜੀ ਸੋਲਿਊਸ਼ਨ ਦੇ ਵਿੱਚ ਦਾ ਡਿਸਟੈਂਸ ਹੈ ਉੱਥੇ ਸਾਨੂੰ ਕੋਈ ਵੀ ਲਾਈਟ ਵਿਜ਼ੀਬਲ ਨਹੀਂ ਹੋਊਗੀ। ਜਿਹੜੇ ਸੋਲਿਊਟ ਦੇ ਪਾਰਟੀਕਲਸ ਨੇ ਉਹਨਾਂ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਸੈਪਰੇਟ ਨਹੀਂ ਕਰ ਸਕਦੇ। ਹੁਣ ਜੇ ਤੁਸੀਂ ਕਹੋ ਸਿਕੰਜਵੀ ਹੈ, ਉਹਨੂੰ ਅਸੀਂ ਫਿਲਟਰ ਪੇਪਰ ਦੇ ਰਾਹੀਂ, ਜਿਹੜੇ ਆਪਣੇ ਕੋਲ ਲੈਬਸ ਦੇ ਵਿੱਚ ਅਵੇਲੇਬਲ ਹੁੰਦੇ ਨੇ, ਉਹਦੇ ਵਿੱਚ ਜੇ ਅਸੀਂ ਪਾ ਕੇ ਉਹਨੂੰ ਫਿਲਟਰ ਕਰਾਂਗੇ ਤਾਂ ਸਾਡੇ ਕੋਲੇ, ਜੇ ਅਸੀਂ ਕਹੀਏ ਵੀ ਖੰਡ, ਚੀਨੀ ਨਮਕ ਜਾਂ ਲੈਮਨ ਹੈ, ਉਹ ਉੱਪਰ ਫਿਲਟਰ ਪੇਪਰ ਦੇ ਆ ਜਾਊਗਾ, ਉਹ ਨਹੀਂ ਪੋਸੀਬਲ ਹੈਗਾ। ਸਾਰੇ ਦਾ ਸਾਰਾ ਜਿਹੜਾ ਲੈਮਨੇਡ ਹੈ ਉਹ ਫਿਲਟਰ ਪੇਪਰ ਦੇ ਵਿੱਚ ਦੀ ਪਾਸ ਹੋ ਜਾਊਗਾ। ਤਾਂ ਇਹ ਸਾਡੇ ਕੋਲੇ ਕੁਝ ਕੁ ਪ੍ਰੋਪਰਟੀਜ਼ ਨੇ ਸੋਲਿਊਸ਼ਨ ਦੀਆਂ, ਜੋ ਤੁਸੀਂ ਆਪਦੀ ਨੋਟਬੁੱਕ ਦੇ ਵਿੱਚ ਵੀ ਨੋਟ ਕਰ ਸਕਦੇ ਹੋਗੇ। ਠੀਕ ਹੈ, ਇਹ ਸੇਮ ਪ੍ਰੋਪਰਟੀਜ਼ ਮੈਂ ਪੰਜਾਬੀ ਦੇ ਵਿੱਚ ਦਿੱਤੀਆਂ ਹੋਈਆਂ ਨੇਗੀਆਂ,
ਤੇ ਇਹ ਪੰਜਾਬੀ ਵਾਲੇ ਬੱਚੇ ਇੱਥੋਂ ਨੋਟ ਕਰ ਸਕਦੇ ਨੇ। ਸਮਝਾ ਮੈਂ ਤੁਹਾਨੂੰ ਦੋਨੇ ਲੈਂਗੁਏਜ ਦੇ ਵਿੱਚ ਦਿੱਤੀਆਂ, ਲਿਖ ਤੁਸੀਂ ਕਿਹੜੀ ਮਰਜ਼ੀ ਲੈਂਗੁਏਜ ਦੇ ਵਿੱਚ ਸਕਦੇ ਹੋ, ਜਿਹੜੀ ਤੁਹਾਨੂੰ ਕਨਵੀਨੀਅੰਟ ਲੱਗਦੀ ਹੈ ਜਾਂ ਜਿਹੜਾ ਤੁਹਾਡਾ ਮੀਡੀਅਮ ਹੈ। ਨੈਕਸਟ ਹੁਣ ਸਾਡੇ ਕੋਲੇ ਆਉਂਦਾ ਘੋਲ ਦੇ ਕੰਪੋਨੈਂਟਸ। ਠੀਕ ਹੈ, ਸੋਲਿਊਸ਼ਨ ਦੇ ਕੰਪੋਨੈਂਟਸ ਕੀ ਨੇ, ਇਹ ਕਾਹਦਾ ਬਣਿਆ ਹੁੰਦਾ ਹੈ। ਇੱਕ ਸਾਡੇ ਕੋਲ ਇਹਦੇ ਵਿੱਚ ਹੁੰਦਾ ਸੋਲਿਊਟ ਯਾਨੀ ਘੁਲਿਤ, ਇੱਕ ਸਾਡੇ ਕੋਲੇ ਹੁੰਦਾ ਇਹਦੇ ਵਿੱਚ ਸੋਲਵੈਂਟ ਯਾਨੀ ਘੋਲਕ। ਠੀਕ ਹੈ, ਹੁਣ ਇਹ ਦੋਨੇ ਚੀਜ਼ਾਂ ਕੀ ਨੇਗੀਆਂ, ਇਹ ਅਸੀਂ ਨੈਕਸਟ ਸਲਾਈਡ ਦੇ ਵਿੱਚ ਦੇਖਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲੇ ਕੀ ਆਉਂਦਾ ਹੈ, ਸੋਲਿਊਟ ਯਾਨੀ ਘੁਲਿਤ। ਇਹ ਕੀ ਹੈ, ਉਹ ਹਿੱਸਾ ਗਾ ਕਿਸੇ ਵੀ ਸੋਲਿਊਸ਼ਨ ਦਾ ਜਿਹੜਾ ਕਿ ਇੱਕ ਚੀਜ਼ ਦੇ ਵਿੱਚ ਘੁਲਦਾ ਗਾ, ਕੰਪੋਨੈਂਟ ਡਿਜ਼ੋਲਵਡ। ਠੀਕ ਹੈ, ਘੁਲਣ ਵਾਲੇ ਹਿੱਸੇ ਨੂੰ ਕੀ ਕਿਹਾ ਜਾਂਦਾ ਹੈ, ਘੁਲਿਤ ਕਿਹਾ ਜਾਂਦਾ ਹੈ। ਜਾਂ ਆਪਾਂ ਇਹ ਕਹਿ ਸਕਦੇ ਹਾਂ ਵੀ ਉਹ ਹਿੱਸਾ ਜਿਹੜਾ ਆਪਣੇ ਕੋਲੇ ਘੱਟ ਮਾਤਰਾ ਦੇ ਵਿੱਚ ਹੁੰਦਾ ਹੈ। ਠੀਕ ਹੈ, ਜਿਵੇਂ ਆਪਣੇ ਕੋਲੇ ਸ਼ੂਗਰ ਸੋਲਿਊਸ਼ਨ ਹੈ। ਠੀਕ ਹੈ, ਆਪਾਂ ਪਾਣੀ ਦੇ ਵਿੱਚ ਖੰਡ ਘੋਲੀ, ਉਹਦੇ ਵਿੱਚ ਵੱਧ ਮਾਤਰਾ ਦੇ ਵਿੱਚ ਕੀ ਹੈ, ਪਾਣੀ, ਘੱਟ ਮਾਤਰਾ ਦੇ ਵਿੱਚ ਕੀ ਹੈ, ਖੰਡ। ਤਾਂ ਜਿਹੜਾ ਖੰਡ ਹੈ ਘੱਟ ਮਾਤਰਾ ਦੇ ਵਿੱਚ ਹੈ, ਉਹਨੂੰ ਅਸੀਂ ਕੀ ਕਵਾਂਗੇ, ਸੋਲਿਊਟ ਕਵਾਂਗੇ, ਅਸੀਂ ਘੁਲਿਤ ਕਵਾਂਗੇ। ਉਵੇਂ ਅਲੋਇਜ਼ ਹੁੰਦੇ ਨੇਗੇ, ਸੋਲਿਡ ਤੇ ਸੋਲਿਡ ਦੇ ਮਿਕਸਚਰ ਹੁੰਦੇ ਨੇ, ਉਹਦੇ ਵਿੱਚ ਇੱਕ ਮੈਟਲ ਨੂੰ ਦੂਜੇ ਮੈਟਲ ਦੇ ਵਿੱਚ ਮਿਕਸ ਕੀਤਾ ਜਾਂਦਾ ਹੈਗਾ। ਠੀਕ ਹੈ, ਇੱਕ ਮੈਟਲ ਦਾ ਆਪਣੇ ਕੋਲੇ ਜਿਹੜਾ ਕੰਪੋਨੈਂਟ ਹੈ ਉਹ ਜ਼ਿਆਦਾ ਹੁੰਦਾ ਹੈ, ਦੂਸਰੀ ਮੈਟਲ ਦਾ ਘੱਟ ਹੁੰਦਾ ਹੈ। ਤਾਂ ਜਿਹੜੀ ਉਹ ਘੱਟ ਵਾਲੀ ਮੈਟਲ ਹੈ ਉਹ ਸਾਡੇ ਕੋਲੇ ਕੀ ਹੋਊਗੀ, ਸੋਲਿਊਟ ਹੋਊਗੀ। ਉਵੇਂ ਆਪਣੇ ਕੋਲੇ ਮਿਕਸਚਰ ਹੈ ਕਾਹਦਾ, 에ਅਰ। 에ਅਰ ਕੀ ਇੱਕ ਮਿਕਸਚਰ ਆਪਣੇ ਕੋਲੇ ਕਾਹਦੀ, ਗੈਸ ਤੇ ਗੈਸ ਦੇ ਵਿੱਚ, ਉਹਦੇ ਵਿੱਚ ਵੱਖੋ ਵੱਖਰੀਆਂ ਗੈਸਿਸ ਨੇਗੀਆਂ। ਹੁਣ ਸਾਨੂੰ ਪਤਾ ਹੈ ਉਹਦੇ ਆਪਣੇ ਕੋਲੇ ਇਨਵਾਇਰਨਮੈਂਟ ਦੇ ਵਿੱਚ 에ਅਰ ਹੈ ਜਿਹੜੀ, ਉਹਦੇ ਵਿੱਚ ਜਿਹੜੇ ਕੰਪੋਨੈਂਟਸ ਨੇ ਉਹ ਵੱਖੋ ਵੱਖਰੇ ਨੇ। ਕਾਰਬਨ ਡਾਈਆਕਸਾਈਡ ਦੀ ਰੇਸ਼ੋ ਕੁਛ ਹੋਰ ਹੈ, ਆਕਸੀਜਨ ਦੀ ਰੇਸ਼ੋ ਕੁਛ ਹੋਰ ਹੈ, ਨਾਈਟ੍ਰੋਜਨ ਦੀ ਰੇਸ਼ੋ ਕੁਛ ਹੋਰ ਹੈ। ਤਾਂ ਜਿਹੜਾ ਘੱਟ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸੋਲਿਊਟ ਕਹਿ ਦਿੰਦੇ ਹਾਂ। ਨੈਕਸਟ ਤੁਹਾਡੇ ਕੋਲੇ ਸੋਲਵੈਂਟ ਆ ਗਿਆ। ਹੁਣ ਜਦੋਂ ਅਸੀਂ ਸੋਲਿਊਟ ਦੀ ਡੈਫੀਨੇਸ਼ਨ ਪੜ੍ਹੀ ਤਾਂ ਸੋਲਵੈਂਟ ਦੀ ਸਾਨੂੰ ਆਲਰੇਡੀ ਕਲੀਅਰ ਹੈ, ਜਿਹੜਾ ਘੱਟ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਹੈ ਜਾਂ ਜਿਹੜਾ ਵਿੱਚ ਘੁਲਦਾ ਉਹਨੂੰ ਅਸੀਂ ਕੀ ਬੋਲ ਦਿੰਦੇ ਸੀ, ਸੋਲਿਊਟ। ਤਾਂ ਇਹ ਕੀ ਹੋਊਗਾ, ਉਹ ਮੀਡੀਅਮ ਜਿਹਦੇ ਵਿੱਚ ਉਹ ਘੁਲਿਤ ਘੁਲਦਾ ਹੈ। ਠੀਕ ਹੈ, ਜਿਵੇਂ ਉਹ ਵੀ ਸ਼ੂਗਰ ਤੇ ਪਾਣੀ ਦਾ ਸੋਲਿਊਸ਼ਨ ਲੈ ਕੇ ਚੱਲੀਏ, ਅਸੀਂ ਤੁਹਾਨੂੰ ਕਿਹਾ ਸੀ ਸ਼ੂਗਰ ਕੀ ਹੈ, ਸੋਲਿਊਟ ਹੈ, ਕਿਉਂਕਿ ਉਹ ਘੱਟ ਮਾਤਰਾ ਦੇ ਵਿੱਚ ਪ੍ਰੈਜ਼ੈਂਟ ਹੈ। ਤੇ ਸਾਡੇ ਕੋਲੇ ਜਿਹੜਾ ਸੋਲਿਊਸ਼ਨ ਦੇ ਵਿੱਚ ਪਾਣੀ ਹੋਊਗਾ ਉਹ ਸਾਡੇ ਕੋਲੇ ਵੱਧ ਮਾਤਰਾ ਦੇ ਵਿੱਚ ਹੁੰਦਾ, ਤੇ ਇਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਸੋਲਵੈਂਟ ਕਹਿ ਦਿੰਦੇ ਹੈਗੇ। ਇਹ ਲਾਰਜ ਅਮਾਊਂਟ ਦੇ ਵਿੱਚ ਹੁੰਦਾ। ਉਹੀ ਸੇਮ ਐਗਜ਼ਾਮਪਲ ਮੈਂ ਤੁਹਾਨੂੰ ਇੱਥੇ ਡਾਇਗਰਾਮੈਟਿਕਲੀ ਦੱਸੀ ਹੋਈ ਹੈ, ਸੋਲਿਊਟ ਤੇ ਸੋਲਵੈਂਟ। ਸੋਲਿਊਟ ਕੀ ਹੈ, ਜਿਹੜਾ ਸਬਸਟਾਂਸ ਉਹਦੇ ਵਿੱਚ ਡਿਜ਼ੋਲਵ ਹੁੰਦਾ, ਸੋਲਵੈਂਟ ਜਿਹਦੇ ਵਿੱਚ ਉਹ ਡਿਜ਼ੋਲਵ ਹੁੰਦਾ। ਤਾਂ ਇਹ ਆਪਣੇ ਕੋਲੇ ਸ਼ੂਗਰ ਪਲੱਸ ਵਾਟਰ ਕੀ ਬਣ ਜਾਂਦਾ, ਸਾਡੇ ਕੋਲੇ ਸ਼ੂਗਰ ਸੋਲਿਊਸ਼ਨ ਬਣ ਜਾਂਦਾ। ਠੀਕ ਹੈ, ਇਹ ਸਾਡੇ ਕੋਲੇ ਹੋ ਗਿਆ ਸੋਲਿਊਟ ਤੇ ਸੋਲਵੈਂਟ ਬਾਰੇ। ਨੈਕਸਟ ਅਸੀਂ ਚੱਲਦੇ ਹਾਂ ਕੰਸਨਟ੍ਰੇਸ਼ਨ ਆਫ ਸੋਲਿਊਸ਼ਨ। ਹੁਣ ਸਾਨੂੰ ਘੋਲ ਦੀ ਸੰਘਣਤਾ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਇਹ ਸਾਰਾ ਲੈਕਚਰ ਅਸੀਂ ਘੋਲ ਦੇ ਬਾਰੇ ਚ ਹੀ ਪੜਾਂਗੇ, ਇਹਦੇ ਵਿੱਚ ਹੋਰ ਕੋਈ ਚੀਜ਼ ਨਹੀਂ ਆਊਗੀ, ਸਾਰਾ ਆਪਣੇ ਕੋਲੇ ਘੋਲ ਦਾ ਹੀ ਆਊਗਾ। ਠੀਕ ਹੈ, ਘੋਲ ਦੀ ਸੰਘਣਤਾ ਬਾਰੇ ਜਦੋਂ ਅਸੀਂ ਪੜ੍ਹਦੇ, ਘੋਲ ਦੀ ਸੰਘਣਤਾ ਯਾਨੀ ਉਹਦੀ ਕੰਸਨਟ੍ਰੇਸ਼ਨ। ਹੁਣ ਇਹ ਸਾਇੰਟਿਫਿਕ ਵਰਡਸ ਨੇਗੇ। ਹੁਣ ਜੇ ਆਪਾਂ ਦੇਖੀਏ ਘੋਲ ਦੀ ਸੰਘਣਤਾ, ਅਸੀਂ ਕਹਿੰਦੇ ਹੈਗੇ ਵੀ ਘੋਲ ਸਾਡੇ ਕੋਲੇ ਕਿੰਨਾ ਕੁ ਪਤਲਾ ਹੈ, ਕਿੰਨਾ ਕੁ ਗਾੜਾ ਹੈ, ਉਹਨੂੰ ਅਸੀਂ ਸੰਘਣਤਾ ਕਹਿ ਦਿੰਦੇ ਹਾਂ। ਠੀਕ ਹੈ, ਜੇ ਆਪਾਂ ਇੰਗਲਿਸ਼ ਦੇ ਵਿੱਚ ਗੱਲ ਕਰੀਏ ਤਾਂ ਕੀ ਹੈ, ਕੰਸਨਟ੍ਰੇਸ਼ਨ ਆਫ ਸੋਲਿਊਸ਼ਨ ਇਜ਼ ਦਾ ਅਮਾਊਂਟ ਆਫ ਸੋਲਿਊਟ ਪ੍ਰੈਜ਼ੈਂਟ ਇਨ ਦਾ ਗਿਵਨ ਅਮਾਊਂਟ ਆਫ ਸੋਲਿਊਸ਼ਨ। ਕਿਸੇ ਵੀ ਸੋਲਿਊਸ਼ਨ ਦੇ ਵਿੱਚ ਕਿੰਨੀ ਅਮਾਊਂਟ ਸੋਲਿਊਟ ਦੀ ਪ੍ਰੈਜ਼ੈਂਟ ਹੈ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਉਹਦੀ ਸੰਘਣਤਾ ਕਹਿ ਦਿੰਦੇ ਹਾਂ, ਕੰਸਨਟ੍ਰੇਸ਼ਨ ਕਹਿ ਦਿੰਦੇ ਹਾਂ। ਇਹਨੂੰ ਅਸੀਂ ਦੋ ਤਰੀਕਿਆਂ ਨਾਲ ਡਿਫਾਈਨ ਕਰਦੇ ਹਾਂ, ਇੱਕ ਡਾਇਲਿਊਟ ਹੁੰਦੀ ਹੈ, ਇੱਕ ਕੰਸਨਟ੍ਰੇਟਡ। ਠੀਕ ਹੈ, ਹੁਣ ਡਾਇਲਿਊਟ ਤੇ ਕੰਸਨਟ੍ਰੇਟਡ ਕੀ ਨੇ, ਕਹਿੰਦੇ ਇੱਕ ਦੂਜੇ ਦੀਆਂ ਰਿਲੇਟਿਵ ਟਰਮਸ ਨੇ, ਯਾਨੀ ਇੱਕ ਸਾਡੇ ਕੋਲੇ ਪਤਲਾ ਹੋ ਗਿਆ, ਇੱਕ ਸਾਡੇ ਕੋਲੇ ਕੀ ਹੋ ਗਿਆ, ਗਾੜਾ ਹੋ ਗਿਆ। ਠੀਕ ਹੈ, ਹੁਣ ਸਾਨੂੰ ਪਤਾ ਹੈ ਪਤਲਾ ਯਾਨੀ ਆਪਾਂ ਖੰਡ ਹੈ ਜਿਹੜੀ ਪਾਣੀ ਦੇ ਵਿੱਚੋਂ ਘੱਟ ਪਾਈ ਹੈ, ਗਾੜਾ ਯਾਨੀ ਅਸੀਂ ਖੰਡ ਹੈ ਜਿਹੜੀ ਉਹ ਜ਼ਿਆਦਾ ਮਾਤਰਾ ਦੇ ਵਿੱਚ ਪਾਤੀ। ਤਾਂ ਇਹ ਸਾਡੇ ਕੋਲੇ ਕੀ ਹੈ, ਕੰਸਨਟ੍ਰੇਸ਼ਨ ਹੈਗੀ। ਹੁਣ ਤੁਸੀਂ ਇੱਥੇ ਇੱਕ ਵਰਡ ਦੇਖਿਆ ਉਹ ਮੈਂ ਕੀ ਯੂਜ਼ ਕੀਤਾ, ਮਾਸ ਔਰ ਵੋਲਿਊਮ, ਪੁੰਜ ਅਤੇ ਆਇਤਨ। ਠੀਕ ਹੈ, ਹੁਣ ਇਹ ਪੁੰਜ ਅਤੇ ਆਇਤਨ ਨੂੰ ਲੈ ਕੇ ਅਸੀਂ ਕੰਸਨਟ੍ਰੇਸ਼ਨ ਕਿਸੇ ਵੀ ਸੋਲਿਊਸ਼ਨ ਦੀ ਨੰਬਰਸ ਦੇ ਵਿੱਚ ਕਿਵੇਂ ਫਾਈਂਡ ਆਊਟ ਕਰ ਸਕਦੇ ਹਾਂ, ਉਹ ਇਹ ਫਾਰਮੂਲੇ ਨੇ ਆਪਣੇ ਕੋਲੇ ਨੈਕਸਟ ਸਲਾਈਡ ਦੇ ਉੱਤੇ, ਉਹਦੇ ਨਾਲ ਫਾਈਂਡ ਆਊਟ ਕਰਾਂਗੇ। ਕੰਸਨਟ੍ਰੇਸ਼ਨ ਫਾਈਂਡ ਆਊਟ ਕਰਨ ਵਾਸਤੇ ਸਾਡੇ ਕੋਲੇ ਤਿੰਨ ਫਾਰਮੂਲੇ ਨੇ। ਪਹਿਲਾ ਫਾਰਮੂਲਾ ਹੈਗਾ ਤੁਹਾਡੇ ਕੋਲੇ ਮਾਸ ਬਾय ਮਾਸ ਪਰਸੈਂਟੇਜ। ਜਿਵੇਂ ਮੈਂ ਤੁਹਾਨੂੰ ਪਿਛਲੀ ਸਲਾਈਡ ਦੇ ਵਿੱਚ ਦੱਸਿਆ ਸੀ ਕਿ ਅਸੀਂ ਜੇ ਕੰਸਨਟ੍ਰੇਸ਼ਨ ਕਿਸੇ ਅੰਕੜਿਆਂ ਦੇ ਵਿੱਚ ਫਾਈਂਡ ਆਊਟ ਕਰਨੀ ਹੈ ਵੀ ਇਸ ਘੋਲ ਦੀ ਸੰਘਣਤਾ ਕਿੰਨੇ ਪ੍ਰਤੀਸ਼ਤ ਹੈ, ਤਾਂ ਅਸੀਂ ਇਹਨੂੰ ਕਿਵੇਂ ਫਾਈਂਡ ਆਊਟ ਕਰ ਦਿਆਂਗੇ, ਮਾਸ ਬਾय ਮਾਸ ਪਰਸੈਂਟੇਜ। ਹੁਣ ਮਾਸ ਬਾय ਮਾਸ ਪਰਸੈਂਟੇਜ ਦਾ ਕੀ ਮਤਲਬ ਹੈ ਵੀ ਜਿਹੜਾ ਸਾਡੇ ਕੋਲੇ ਜਦੋਂ ਅਸੀਂ ਉਹਦੀ ਰੇਸ਼ੋ ਲੈਣੀ ਹੈ ਤਾਂ ਅਸੀਂ ਉੱਪਰ ਹਮੇਸ਼ਾ ਸੋਲਿਊਟ ਲੈਣਾ ਹੈ, ਨੀਚੇ ਹਮੇਸ਼ਾ ਅਸੀਂ ਸੋਲਿਊਸ਼ਨ ਲੈਣਾ। ਇਹ ਤੁਹਾਨੂੰ ਇੱਕ ਯਾਦ ਕਰਨ ਦਾ ਤਰੀਕਾ ਦੱਸ ਰਹੀ ਹਾਂ ਮੈਂ। ਉੱਪਰ ਹਮੇਸ਼ਾ ਅਸੀਂ ਘੁਲਿਤ ਲੈਣਾ, ਨੀਚੇ ਹਮੇਸ਼ਾ ਅਸੀਂ ਘੋਲ ਲੈਣਾ।
ਹੁਣ मास बाय मास मतलब ਉੱਪਰ भी मास ਅਤੇ नीचे भी मास, ठीक है। ਘੁਲਿਤ ਦਾ ਪੁੰਜ ਅਤੇ ਸਾਡੇ ਕੋਲੇ ਕੀ ਹੋ ਗਿਆ ਘੋਲ ਦਾ ਪੁੰਜ। ਉਵੇਂ ਹੀ ਸਾਡੇ ਕੋਲੇ मास बाय वॉल्यूम, मास बाय वॉल्यूम मीन्स ऊपर मास नीचे वॉल्यूम, ऊपर कादा होगा घुलित दा, नीचे कादा होगा घोल दा। उमें वॉल्यूम बाय वॉल्यूम, वॉल्यूम बाय वॉल्यूम मीन्स ऊपर भी वॉल्यूम नीचे भी वॉल्यूम, ऊपर वॉल्यूम कादा होगा घुलित दा, नीचे वॉल्यूम कादा होगा घोल दा। हुण इहनूं असीं 100 नाल मल्टीप्लाई कर देंगे तो साडे कोले की आ जाऊगी परसेंटेज आ जाऊगी उस चीज़ की, ठीक है। हुण इहदे नाल असीं नंबर्स दे विच किसी भी सॉल्यूशन की कंसनट्रेशन नूं फाइंड आउट कर सकते हैं। मैं एक दो न्यूमेरिकल तुहानूं करके दिखाउणी आ। A solution contains 40 ग्राम ऑफ कॉमन सॉल्ट, 40 ग्राम ਉਹਦੇ ਵਿੱਚ ਕੀ ਹੈਗਾ कॉमन सॉल्ट ਹੈਗਾ, 320 ग्राम पानी ਦੇ ਵਿੱਚ। कैलकुलेट द कंसनट्रेशन इन टर्म्स ऑफ मास बाय मास परसेंटेज। ਆਪਾਂ ਕੀ फाइंड आउट करनी है मास बाय मास परसेंटेज। ਹੁਣ ਜਦੋਂ मास बाय मास परसेंटेज ਕਰਦੇ ਤੁਹਾਨੂੰ ਪਹਿਲੀ ਕਿਹਾ ਸੀ ਉੱਪਰ ਕੀ ਆਊਗਾ ਸਾਡੇ ਕੋਲੇ ਘੁਲਿਤ ਦਾ मास, ਘੁਲਿਤ ਦਾ ਪੁੰਜ, ਤਾਂ ਘੁਲਿਤ ਦਾ ਪੁੰਜ ਕਿੰਨਾ ਹੈ 40 ग्राम, ठीक है। नीचे ਤੁਹਾਨੂੰ ਕੀ ਕਿਹਾ ਸੀ ਘੋਲ ਦਾ ਪੁੰਜ, घोल का पुंज यानी 320 ग्राम तो पानी है, ਉਹਦੇ ਵਿੱਚ 40 ग्राम असी नमक पाता, तो घोल का कितना कुल पुंज कितना बन गया 40 प्लस 320 कितना हो गया 360 ग्राम, ठीक है। ये तो साडे कोले की आ गई ओदी रेशो आ गई। हुण इहदी परसेंटेज फाइंड आउट करनी है तो असी की कर देंगे गुणा 100, तो इत्थों तुसीं इहदा आंसर फाइंड आउट कर सकते हो किन्ने प्रतिशत साडे कोले जिहड़ी इहदी कंसनट्रेशन है वो आऊगी, ठीक है। सेम क्वेश्चन नीचे दिता हुआ है। सॉल्यूशन कंटेन्स 5 ml ऑफ एल्कोहल इन 70 ml ऑफ वाटर, वॉल्यूम बाय वॉल्यूम परसेंटेज फाइंड आउट करनी है। हुण वॉल्यूम लेना है, हुण ऑलरेडी सानू ml है तो यानी वॉल्यूम की ही क्वांटिटी है, तो वॉल्यूम दे विच ही दिता हुआ है, तो 5 ml की है साडे कोले घुलित है, 70 ml की है साडे कोले पानी है, तो यानी कुल घोल किन्ने दा हो गया 70 प्लस 5 75, ठीक है। तो इंटू की हो जाऊगा नाल साडे 100 जो असीं परसेंटेज फाइंड आउट करनी है, ठीक है। तो इत्थों तुसीं इहदी की फाइंड आउट कर सकते हो परसेंटेज फाइंड आउट कर सकते हो, ठीक है। ये दो क्वेश्चन मैं तुहानूं करके दिखाते, इहदी कैलकुलेशन तुसीं खुद कर सकते हो। नैक्सट तुहानूं दो क्वेश्चन प्रैक्टिस वास्ते दिते हुए ने, तो ये तुसीं अपने आप करके देख सकते हो। फाइंड आउट द सॉल्युबिलिटी किया इत्थे, सॉल्युबिलिटी मतलब ਉਹੀ ਅਸੀਂ मास बाय मास परसेंटेज, जिथे सानू कुछ भी नहीं दिता सीधा सॉल्युबिलिटी कहता, उत्थे ਅਸੀਂ मास बाय मास परसेंटेज फाइंड आउट करांगे, ठीक है। नैक्सट देखो हुण साडे कोले हुण जिहड़ी ਅਸੀਂ घोल दी संगनता पढ़ी ਉਹਦੇ बेसिस ते भी कहंदे सॉल्यूशन ਨੂੰ दो हिस्सिਆਂ ਦੇ ਵਿੱਚ ਵੰਡਿਆ ਜਾਂਦਾ ਹੈ। ਪਹਿਲਾ ਸਾਡੇ ਕੋਲੇ ਹੁੰਦਾ ਸੈਚੂਰੇਟਡ ਸੋल्यूशन संतृप्त घोल, दूजा ਹੁੰਦਾ ਸਾਡੇ ਕੋਲੇ अनसैचूरेटेड सॉल्यूशन असंतृप्त घोल, ठीक है। हुण इन्हां दी डेफिनेशंस ਅਸੀਂ नैक्सट स्लाइड ते देखदे हां। पहला है साडे कोले सैचूरेटेड सॉल्यूशन यानी संतृप्त घोल। ਇਹ ਪਹਿਲਾਂ मैं ਤੁਹਾਨੂੰ एक कॉमन एग्जांपल ਦਿੰਨੀ ਆ, ਇਹ ਉਹ ਘੋਲ ਨੇ ਜਿਨ੍ਹਾਂ ਦੇ ਵਿੱਚ ਹੋਰ ਘੁਲਿਤ ਐਬਜ਼ੌਰਬ नहीं हो सकता। मतलब ਜੇ ਅਸੀਂ ਇੱਕ ਸ਼ੂਗਰ ਦਾ ਸੋਲੂਸ਼ਨ ਬਣਾ ਰਹੇ ਹਾਂ, ਅਸੀਂ ਸ਼ੂਗਰ ਨੂੰ ਪਾਣੀ ਦੇ ਵਿੱਚ ਪਾਇਆ, ਅਸੀਂ ਇੰਨੀ ਕੁ ਸ਼ੂਗਰ ਉਸ ਪਾਣੀ ਦੇ ਵਿੱਚ ਪਾਤੀ ਕਿ ਉਹ ਪਾਣੀ ਦੇ ਵਿੱਚ ਸ਼ੂਗਰ ਦੇ होर कंटेंट नूं असीं मिक्स नहीं कर सकते, उहदी होर क्वांटिटी मिक्स नहीं कर सकते। मान लो जे असीं लीटर पानी दे विच 1 kg शुगर पाती ते ओह अपने कोले होर शुगर नूं आपदे विच घोलण दी समर्था नहीं रखदा, तां ओह साडे कोले की बन जांदा एक सैचूरेटेड सॉल्यूशन बन जांदा, संतृप्त घोल बन जांदा। सॉल्यूशन विच कंटेन द मैक्सिमम अमाउंट ऑफ सॉल्यूट, जिहदे विच सॉल्यूट दी मैक्सिमम अमाउंट है डिजॉल्वड इन गिवन क्वांटिटी ऑफ सॉल्वेंट, सॉल्वेंट दे विचों डिजॉल्व होगी किसी भी टैंपरेचर दे उत्ते, एंड विच कैन नॉट डिजॉल्व एनी मोर सॉल्यूट, ਉਹਦੇ ਵਿੱਚ ਅਸੀਂ ਹੋਰ सॉल्यूट नहीं ऐड कर सकते, ਤਾਂ उस घोल ਨੂੰ ਅਸੀਂ ਕਿਹੜਾ ਘੋਲ ਕਹਿ ਦਿੰਦੇ ਆ संतृप्त घोल ਕਹਿ ਦਿੰਦੇ ਆ ਅਸੀਂ। मतलब उस घोल ਦੀ संतृप्ति होगी कि मैं ਹੋਰ ਉਹਦੇ ਵਿੱਚ सॉल्यूट ਨੂੰ नहीं पा सकता, ठीक है। नैक्सट ਸਾਡੇ ਕੋਲੇ ਕਿਹੜਾ ਹੁੰਦਾ अनसैचूरेटेड सॉल्यूशन। हुण जे ਉਹ संतृप्त सी ਤਾਂ ਇਹ ਕੀ ਹੋਣਗੇ असंतृप्त घोल, मतलब ਉਹ ਘੋਲ ਜਿਨ੍ਹਾਂ ਦੇ ਵਿੱਚ ਅਸੀਂ ਹੋਰ सॉल्यूट ਨੂੰ ऐड कर सकते ਹਾਂ। ਜਦੋਂ ਅਸੀਂ पानी ਦੇ ਵਿੱਚ ਖੰਡ ਨੂੰ ਘੋਲਣ ਲੱਗਦੇ, ਜਿਹੜੀ ਉਹਦੀ ਸਟਾਰਟਿੰਗ ਸਟੇਜ ਹੁੰਦੀ ਹੈ, ਜਦੋਂ ਸ਼ੁਰੂ ਦੇ ਵਿੱਚ ਅਸੀਂ ਪਾਣੀ ਦੇ ਵਿੱਚ ਖੰਡ ਘੋਲਦੇ ਆ ਤਾਂ ਉਹ ਸਾਡੇ ਕੋਲੇ ਕਿਹੜੀ ਸਟੇਜ ਹੁੰਦੀ ਹੈ अनसैचूरेटेड सॉल्यूशन ਦੀ ਸਟੇਜ ਹੁੰਦੀ ਹੈ। मतलब ਜੇ ਅਸੀਂ ਉਹਦੇ ਵਿੱਚ 1 चम्मच पानी चीनी ਦਾ ਪਾਤਾ ਤਾਂ ਇਹ ਸਾਡੇ ਕੋਲੇ ਇੱਕ अनसैचूरेटेड सॉल्यूशन है, क्यों? क्योंकि ਇਹਦੇ ਵਿੱਚ होर बहुत सारे चम्मच है जो चीनी दे पाने बाकी ने,
ठीक है। ਇਹਦੇ ਵਿੱਚ ਹੋਰ ਬਹੁਤ ਸਾਰੀ ਚੀਨੀ ਸਮਾ ਸਕਦੀ ਹੈ, ਘੁਲ ਸਕਦੀ ਹੈ। ਤਾਂ ਇਹ ਘੋਲਾਂ ਨੂੰ ਅਸੀਂ ਕਿਹੜੇ ਘੋਲ ਕਹਿ ਦਿੰਦੇ ਆ? ਅਨਸੈਚੂਰੇਟਡ ਸੋਲਿਊਸ਼ਨਸ, असंतृप्त ਘੋਲ। ठीक है। ਹੋਪਫੁਲੀ ਤੁਹਾਨੂੰ ਇਹ ਚੀਜ਼ਾਂ ਸਮਝ ਲੱਗ ਰਹੀਆਂ ਹੋਣਗੀਆਂ। ਜੇ ਕਿਸੇ ਨੂੰ ਕੋਈ ਡਾਊਟ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਪਾ ਕੇ ਮੈਨੂੰ ਪੁੱਛ ਸਕਦੇ ਹੋ। ठीक है। ਨੈਕਸਟ ਤੁਹਾਡੇ ਕੋਲੇ ਆਉਂਦਾ ਹੈ ਇੱਕ ਛੋਟਾ ਜਿਹਾ ਟੌਪਿਕ ਇਸ ਸੋਲਿਊਸ਼ਨ ਦੇ ਵਿੱਚ ਹੋਰ ਰਹਿ ਜਾਂਦਾ ਹੈ, ਸੋਲੂਬਿਲਿਟੀ। ਜਦੋਂ ਨੂਮੈਰੀਕਲ ਕੀਤਾ ਸੀ ਉੱਥੇ ਵੀ ਆਇਆ ਸੀ ਸੋਲੂਬਿਲਿਟੀ, ਫਾਈਂਡ ਦਾ ਸੋਲੂਬਿਲਿਟੀ। ਉੱਥੇ ਵੀ ਤੁਹਾਨੂੰ ਦੱਸਿਆ ਸੀ ਅਸੀਂ ਕੀ ਫਾਈਂਡ ਆਊਟ ਕਰਦੇ ਹਾਂ? ਮਾਸ ਬਾਈ ਮਾਸ ਪਰਸੈਂਟੇਜ ਫਾਈਂਡ ਆਊਟ ਕਰਦੇ ਹਾਂ। ਇੱਥੇ ਤੁਹਾਨੂੰ ਸੋਲੂਬਿਲਿਟੀ ਦੀ ਡੈਫੀਨੇਸ਼ਨ ਦਿੱਤੀ ਗਈ ਹੈ ਘੁਲਨਸ਼ੀਲਤਾ। ਘੁਲਨਸ਼ੀਲਤਾ ਹੁਣ ਸਾਡੇ ਕੋਲੇ ਕੀ ਹੈ? ਕਹਿੰਦੇ 100 ਗ੍ਰਾਮ ਸੋਲਵੈਂਟ ਦੇ ਵਿੱਚ ਕਿੰਨਾ ਸੋਲਿਊਟ ਘੁਲ ਸਕਦਾ ਹੈ, ਉਹਦੀ ਕੀ ਹੈ? ਘੁਲਨਸ਼ੀਲਤਾ। ਠੀਕ ਹੈ। ਮੰਨ ਲਓ ਜੇ ਸਾਡੇ ਕੋਲੇ 100 ਗ੍ਰਾਮ ਪਾਣੀ ਦਿੱਤਾ ਹੋਇਆ, ਉਹਦੇ ਵਿੱਚ ਮੈਂ 40 ਗ੍ਰਾਮ ਨਮਕ ਪਾਤਾ, ਤਾਂ ਜਿਹੜਾ ਉਹ 40 ਗ੍ਰਾਮ ਮੈਂ ਨਮਕ ਪਾਇਆ 100 ਗ੍ਰਾਮ ਦੇ ਵਿੱਚ, ਤਾਂ ਉਹ ਆਪਣੇ ਕੋਲੇ ਉਸ ਸੋਲਿਊਸ਼ਨ ਦੀ ਕੀ ਹੈਗੀ? ਘੁਲਨਸ਼ੀਲਤਾ ਹੈਗੀ। ਠੀਕ ਹੈ। ਘੁਲਨਸ਼ੀਲਤਾ ਨੂੰ ਅਸੀਂ ਇਦਾਂ ਡਿਫਾਈਨ ਕਰਦੇ ਹਾਂ, the maximum amount of solute in grams ਦੇ ਵਿੱਚ ਹੋਣੀ ਚਾਹੀਦੀ ਹੈ। maximum amount of solute, ਜਿਸ ਤੋਂ ਅੱਗੇ ਅਸੀਂ ਹੋਰ solute ਉਹਦੇ ਵਿੱਚ ਨਹੀਂ ਪਾ ਸਕਦੇ। ਠੀਕ ਹੈ। dissolve in 100 grams of solvent, 100 ਗ੍ਰਾਮ solvent ਦੇ ਵਿੱਚ ਉਹਨੂੰ ਪਾਇਆ ਅਸੀਂ at a given temperature to form a saturated solution। ਆ ਚੀਜ਼ ਧਿਆਨ ਰੱਖਣੀ ਬਹੁਤ ਜ਼ਰੂਰੀ ਹੈ। ਸਾਡੇ ਕੋਲੇ ਸੈਚੂਰੇਟਡ ਸੋਲਿਊਸ਼ਨ ਬਣਨਾ ਚਾਹੀਦਾ ਸਾਡੇ ਕੋਲੇ। ਠੀਕ ਹੈ। ਸੰਤ੍ਰਿਪਤ ਘੋਲ ਬਣਨਾ ਚਾਹੀਦਾ ਸਾਡੇ ਕੋਲੇ। ਤੇ ਹੁਣ ਜਦੋਂ ਅਸੀਂ ਸੰਤ੍ਰਿਪਤ ਘੋਲ ਬਣਾ ਲਿਆ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? ਉਹਦੀ solubility of the solute in that solvent। ਉਸ solvent ਦੇ ਵਿੱਚ ਉਸ ਘੁਲਿਤ ਦੀ ਕੀ ਹੈ? ਉਹ ਘੁਲਨਸ਼ੀਲਤਾ ਹੈਗੀ। 100 ਗ੍ਰਾਮ solvent ਦੇ ਵਿੱਚ ਅਸੀਂ ਕਿੰਨਾ amount of solute ਐਡ ਕਰ ਸਕਦੇ ਹਾਂ? ਮੈਕਸਿਮਮ। ਮਤਲਬ ਜੇ ਅਸੀਂ 40 ਗ੍ਰਾਮ ਉਹਦੇ ਵਿੱਚ ਕਾਮਨ ਸਾਲਟ ਪਾਤਾ, ਤਾਂ 40 ਤੋਂ ਵੱਧ ਅਸੀਂ ਹੋਰ ਕਾਮਨ ਸਾਲਟ ਉਹਦੇ ਵਿੱਚ ਨਹੀਂ ਪਾ ਸਕਦੇ। ਉਹ ਸਾਡੇ ਕੋਲੇ ਕੀ ਆ ਜਾਂਦੀ ਹੈ? ਉਹਦੀ solubility ਆ ਜਾਂਦੀ ਹੈ। ਠੀਕ ਹੈ। ਹੁਣ ਇੱਥੇ ਸਾਡੇ ਕੋਲੇ ਜਿਹੜਾ ਸੋਲਿਊਸ਼ਨ ਹੈ, ਉਹਦੇ ਸਾਰੇ ਕਨਸੈਪਟ ਇੱਥੇ ਖਤਮ ਹੋ ਜਾਂਦੇ ਨੇ। ਠੀਕ ਹੈ। ਹੁਣ ਇੱਥੇ ਸਾਡੇ ਕੋਲੇ ਸੋਲਿਊਸ਼ਨ ਦੇ ਬਾਰੇ ਚ ਅਸੀਂ ਸਾਰਾ ਕੁਝ ਪੜ੍ਹ ਲਿਆ, ਕੀ ਉਹਦੇ ਕੰਪੋਨੈਂਟਸ ਨੇ। ਠੀਕ ਹੈ। ਕਿੰਨੇ ਤਰ੍ਹਾਂ ਦਾ ਉਹ ਹੁੰਦਾ ਗਾ, ਕੰਸੈਂਟ੍ਰੇਸ਼ਨ ਕੀ ਹੁੰਦੀ ਹੈ ਉਹਦੀ, ਕੰਸੈਂਟ੍ਰੇਸ਼ਨ ਦੇ ਬੇਸ ਤੇ ਉਹ ਦੋ ਤਰ੍ਹਾਂ ਦਾ ਹੁੰਦਾ ਹੈ, ਸੰਤ੍ਰਿਪਤ ਤੇ ਅਸੰਤ੍ਰਿਪਤ। ਉਹਨਾਂ ਦੀ ਡੈਫੀਨੇਸ਼ਨਸ ਦੇਖੀਆਂ, ਘੁਲਨਸ਼ੀਲਤਾ ਬਾਰੇ ਪੜ੍ਹ ਲਿਆ। ਹੁਣ ਇਸ ਤੋਂ ਬਾਅਦ ਤੁਹਾਡੇ ਕੋਲੇ ਕੁਐਸਚਨਸ ਆਉਂਦੇ ਨੇ ਤੁਹਾਡੀ ਬੁੱਕ ਦੇ ਵਿੱਚ ਦਿੱਤੇ ਹੋਏ ਆ ਜਿਹੜੇ। ਠੀਕ ਹੈ। ਪਹਿਲਾ ਕੁਐਸਚਨ ਕੀ ਹੈ? ਉਦਾਹਰਨ ਸਹਿਤ ਸਮੰਗੀ ਤੇ ਵਿਖਮੰਗੀ ਮਿਸ਼ਰਣ ਵਿੱਚ ਅੰਤਰ ਕਰੋ। ਸਮੰਗੀ ਤੇ ਵਿਖਮੰਗੀ ਮਿਸ਼ਰਣ ਦੇ ਵਿੱਚ ਅੰਤਰ ਅਸੀਂ ਪਹਿਲੇ ਲੈਕਚਰ ਦੇ ਵਿੱਚ ਕਰ ਚੁੱਕੇ ਹਾਂ, ਉੱਥੇ ਟੇਬਲ ਵੀ ਬਣਿਆ ਹੋਇਆ ਹੈ, ਤੁਸੀਂ ਉੱਥੋਂ ਇਹ ਆਨਸਰ ਨੂੰ ਲਿਖ ਸਕਦੇ ਹੋ ਵਿਦ ਐਗਜ਼ਾਮਪਲਸ। ਉਦਾਹਰਨ ਸਹਿਤ ਉੱਥੇ ਐਗਜ਼ਾਮਪਲ ਵੀ ਦਿੱਤੀ ਹੋਈ ਹੈ। ਘੋਲ, ਨਿਲੰਬਨ ਅਤੇ ਕੋਲਾਈਡਲ ਇੱਕ ਦੂਜੇ ਤੋਂ ਕਿਵੇਂ ਭਿੰਨ ਹਨ? ਅਸੀਂ ਘੋਲ ਬਾਰੇ ਤਾਂ ਪੜ੍ਹ ਲਿਆ, ਪਰ ਹਜੇ ਅਸੀਂ ਨਿਲੰਬਨ ਤੇ ਕੋਲਾਈਡਲ ਬਾਰੇ ਨਹੀਂ ਪੜ੍ਹਿਆ, ਜੋ ਕਿ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ। ਤਾਂ ਇਹ ਡਿਫਰੈਂਸ ਹਜੇ ਤੁਸੀਂ ਨਹੀਂ ਲਿਖ ਸਕਦੇ, ਇਹ ਡਿਫਰੈਂਸ ਤੁਸੀਂ 3rd ਲੈਕਚਰ ਸੁਣਨ ਤੋਂ ਬਾਅਦ ਲਿਖ ਸਕਦੇ ਹੋ। ਠੀਕ ਹੈ। ਨੈਕਸਟ ਦੇਖੋ, ਇੱਕ ਸੰਤ੍ਰਿਪਤ ਘੋਲ ਬਣਾਉਣ ਲਈ 36 ਗ੍ਰਾਮ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਵਿੱਚ 293 ਕੈਲਵਿਨ ਤੇ ਘੋਲਿਆ ਜਾਂਦਾ ਹੈ। ਇਸ ਤਾਪਮਾਨ ਤੇ ਇਸ ਦੀ ਸੰਘਣਤਾ ਪਤਾ ਕਰੋ। ਕੰਸੈਂਟ੍ਰੇਸ਼ਨ ਫਾਈਂਡ ਆਊਟ ਕਰਨੀ ਹੈ। ਹੁਣ ਸਾਨੂੰ ਨਹੀਂ ਦਿੱਤਾ ਕਿਹੜੀ ਕੰਸੈਂਟ੍ਰੇਸ਼ਨ ਫਾਈਂਡ ਆਊਟ ਕਰਨੀ ਹੈ, ਮਾਸ ਬਾਈ ਮਾਸ, ਮਾਸ ਬਾਈ ਵੋਲਿਊਮ ਜਾਂ ਵੋਲਿਊਮ ਬਾਈ ਵੋਲਿਊਮ। ਜਿੱਥੇ ਸਾਨੂੰ ਨਾ ਦਿੱਤਾ ਹੋਵੇ ਉੱਥੇ ਅਸੀਂ ਮਾਸ ਬਾਈ ਮਾਸ ਫਾਈਂਡ ਆਊਟ ਕਰਦੇ ਹਾਂ। ਕਿਉਂ? ਕਿਉਂਕਿ ਸਾਡੇ ਕੋਲੇ ਜਿਹੜਾ ਸੋਲਿਊਟ ਹੈ ਉਹ ਸਾਡੇ ਕੋਲੇ ਗ੍ਰਾਮਸ ਦੇ ਵਿੱਚ ਦਿੱਤਾ ਹੋਇਆ ਹੈ। ਠੀਕ ਹੈ। ਤਾਂ ਓਬਵੀਅਸਲੀ ਮਾਸ ਵਾਲੀ ਕੁਆਂਟੀਟੀ ਆਊਗੀ ਸਾਡੇ ਕੋਲੇ। ਹੁਣ ਜਦੋਂ ਅਸੀਂ ਸੰਤ੍ਰਿਪਤ ਘੋਲ ਬਣਾ ਰਹੇ ਹਾਂ, 36 ਗ੍ਰਾਮ ਸੋਡੀਅਮ ਕਲੋਰਾਈਡ ਨੂੰ 100 ਗ੍ਰਾਮ ਪਾਣੀ ਵਿੱਚ ਮਿਲਾਇਆ, ਯਾਨੀ ਸਾਡੇ ਕੋਲੇ ਸੋਲਿਊਟ ਦੀ ਅਮਾਊਂਟ ਕਿੰਨੀ ਹੈ? 36 ਗ੍ਰਾਮ, ਹਨਾ। ਤੇ ਉਦੋਂ ਬਾਅਦ ਅਸੀਂ ਕੀ ਲੈਣਾ? ਸੋਲਿਊਸ਼ਨ ਦੀ ਅਮਾਊਂਟ। ਸੋਲਿਊਸ਼ਨ ਕੀ ਹੋ ਜੂ? 100 ਪਲੱਸ 36, ਤਾਂ ਕਿੰਨਾ ਹੋ ਗਿਆ? 136 ਗ੍ਰਾਮ। ਠੀਕ ਹੈ। ਹੁਣ ਇਹ ਕੀ ਆ ਗਈ? ਉਹਦੀ ਰੇਸ਼ੋ ਆ ਗਈ। ਅਸੀਂ ਕੀ ਫਾਈਂਡ ਆਊਟ ਕਰਨੀ ਹੈ? ਸੰਘਣਤਾ, ਕੰਸੈਂਟ੍ਰੇਸ਼ਨ। ਮਤਲਬ ਸਾਨੂੰ ਕੀ ਕਰਨਾ ਪਊਗਾ? into 100 ਕਰਨਾ ਪਊਗਾ। ਠੀਕ ਹੈ। ਤਾਂ ਇੱਥੋਂ ਤੁਸੀਂ ਘੋਲ ਦੀ ਸੰਘਣਤਾ ਫਾਈਂਡ ਆਊਟ ਕਰ ਸਕਦੇ ਹੋਗੇ, ਕੰਸੈਂਟ੍ਰੇਸ਼ਨ ਫਾਈਂਡ ਆਊਟ ਕਰ ਸਕਦੇ ਹੋ। ਅਪਰੋਕਸੀਮੇਟਲੀ 24 ਪੁਆਇੰਟ ਕੁਛ ਆਊਗੀ ਇਹ। ਠੀਕ ਹੈ। ਉਹ ਕੈਲਕੂਲੇਟ ਕਰਕੇ ਤੁਹਾਨੂੰ ਪਤਾ ਚੱਲ ਜੂ ਘੋਲ ਦੀ ਸੰਘਣਤਾ ਕੀ ਹੈ। ਤਾਂ ਇੱਥੇ ਸਾਡੇ ਕੋਲੇ ਸੋਲਿਊਸ਼ਨ ਬਾਰੇ ਅਸੀਂ ਸਾਰਾ ਡਿਸਕਸ ਕਰ ਲਿਆ, ਕੁਐਸਚਨਸ ਵੀ ਤੁਹਾਨੂੰ ਐਕਸਪਲੇਨ ਕਰਤੇ। ਠੀਕ ਹੈ। ਹੁਣ ਜੇ ਵੀਡੀਓ ਪਸੰਦ ਆਵੇ ਤਾਂ ਇਹਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ, ਤੇ ਨੈਕਸਟ ਅਪਡੇਟਸ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਤਾਂ ਕਿ ਜਦੋਂ ਨੈਕਸਟ ਲੈਕਚਰ ਆਵੇ ਤਾਂ ਤੁਹਾਨੂੰ ਆਟੋਮੈਟਿਕਲੀ ਨੋਟੀਫਿਕੇਸ਼ਨ ਆ ਜਾਏ ਉਸ ਚੀਜ਼ ਦੀ, ਤੁਹਾਡਾ ਲੈਕਚਰ ਮਿਸ ਨਾ ਹੋਵੇ। ਠੀਕ ਹੈ। ਥੈਂਕ ਯੂ ਸੋ ਮਚ। ਸਟੇ ਬਲੈਸਡ ਸਟੂਡੈਂਟਸ।